ਲੜੀਵਾਰ ਗੁਰਬਾਣੀ ਪਾਠ ਸੰਥਿਆ ਵਿਚਾਰ ਨਾਲ ਜੁੜਨਾ ਕਰੀਏ। ਪਾਵਨ ਅੰਕ 350 ਤੋਂ ਅੱਜ ਦੀ ਵਿਚਾਰ ਆਰੰਭ ਹੈ ਜੀ। ਫਤਿਹ ਪ੍ਰਵਾਨ ਕਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹਿਲਾ ਪਹਿਲਾ। ਜੇਤਾ ਸ਼ਬਦ ਸੁਰਤ ਧੁਨ ਤੇਤੀ, ਜੇਤਾ ਰੂਪ ਕਾਇਆ ਤੇਰੀ। ਤੂੰ ਆਪੇ ਰਸਨਾ ਆਪੇ ਬਸਨਾ, ਔਰ ਨਾ ਦੂਜਾ ਕਹਉ ਮਾਈ। ਕਹੂँ माई, कहूँ मैं कहाँ, नासकी उच्चारण। आसा महला पहला गुरु नानक साहब पातशाह जी का 5 नंबर शब्द है। जेता शब्द सुरत धुन तेती। हे प्रभु, जगत विच जिन्ना बोलना ते सुनना है, ये बोलन ते सुनन की क्रिया है, ये सारी तेरी ही जीवन राव का सदका है, भाव तेरी बख्शिश दे सदका है। ये जिन्ना जेता रूप काया तेरी, ये जिन्ना भी आकार दिसदा है, रूप भाव एक वचन है, औंकड़ लगे है कि जिन्ना भी संसार का आकार दिस रहा है ना, ये सारा की है, ये सारा तेरा ही शरीर है, भाव तेरे आपे का ही विस्तार है। तू आप ही है, तू आपे रसना आपे बसना, अवर ना दूजा कहो माई। सारे जीवां च व्यापक हो के तू आप ही रस लैण वाला है, ते आप ही जिंदगां दी जिंदगी भाव जीवां दी जिंदगी है, भाव उन्हां दी जिंदगी दा सहारा है। कि माँ अवर ना दूजा कहो माई, कि हे मेरी माँ, परमात्मा तो बिना कोई होर दूजी हस्ती नहीं है जिस दे लई मैं आख सकां कि परमात्मा की हस्ती के बराबर है जां उस तों वडेरा है। कहण दा भाव दूजा कोई है ही नहीं उस दे बराबर दा। साहिब मेरा एको है, एको है भाई एको है रहाओ। आपे मारे आपे छोड़ै, आपे लेवै दे। आपे वेखै आपे विगसै, आपे नदर करे। रहाऊ की बंद विच साहिब मेरा एको है, एको है भाई एको है, भाव इको ते जोर दिता है कि सिर्फ ही इको, केवल इको, निरोल इको। कि हे भाई, परमात्मा ही साडा इको एक साहिब है, मालक है, खसम है, साईं है, एको है एको है भाई। बस वो इको ही मालक है, उस वर्गा होर कोई है ही नहीं, बस वो इको एक ही है, बस वो केवल एक ही है। रहाओ आपे मारे आपे छोड़ै, आपे लेवै दे। मालक आप ही जीवां नूं मारदा है, आप ही रखदा है, आप ही जिंद लै जांदा है ते आप ही जिंद दिंदा है। सब कुछ करन कराउण वाला वो आप है। आपे वेखै आपे विगसै आपे नदर करे। मालक आप ही सब दी संभाल करदा है, आप ही संभाल करके विगसदा है, खुश हुंदा है, अते आपे नदर करे, आप ही सब उत्ते मेहर दी नज़र करदा है। जो किछ करना सो कर रहया, अवर न करना जाई। जैसा वरतै तैसो कहिए, सब तेरी वड्याई।
ਜੋ ਕਿਛ ਕਰਨਾ ਸੋ ਕਰ ਰਹਿਆ, ਅਵਰ ਨ ਕਰਨਾ ਜਾਈ। ਜਗਤ ਸੰਸਾਰ ਵਿੱਚ ਜੋ ਕੁਝ ਵਰਤ ਰਿਹਾ ਮਾਲਕ ਆਪ ਹੀ ਕਰ ਰਿਹਾ। ਮਾਲਕ ਤੋਂ ਆਕੀ ਹੋ ਕੇ ਕਿਸੇ ਹੋਰ ਜੀਵ ਕੋਲੋਂ ਕੁਝ ਕੀਤਾ ਹੀ ਨਹੀਂ ਜਾ ਸਕਦਾ। ਉਹਦੇ ਹੁਕਮ ਤੋਂ ਬਾਹਰ ਹੀ ਨਹੀਂ ਹੋ ਸਕਦਾ ਕੋਈ ਜੀਵ। ਜੈਸਾ ਵਰਤੈ ਤੈਸੋ ਕਹੀਐ, ਸਭ ਤੇਰੀ ਵਡਿਆਈ। ਜਿਹੋ ਜਿਹੀ ਕਾਰ ਮਾਲਕ ਕਰਦਾ ਹੈ ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ। ਭਾਵ ਲੋਕ ਉਹਨੂੰ ਉਹੋ ਜਿਹਾ ਹੀ ਕਹਿਣ ਲੱਗ ਜਾਂਦੇ ਜਿਹੋ ਜਿਹਾ ਉਹ ਵਰਤਾਰਾ ਵਰਤਾਉਂਦਾ ਹੈ। ਹੇ ਪ੍ਰਭੂ, ਇਹ ਜੋ ਕੁਝ ਦਿਸ ਰਿਹਾ ਹੈ ਇਹ ਸਭ ਤੇਰੀ ਬਜ਼ੁਰਗੀ ਦਾ ਹੀ ਪ੍ਰਕਾਸ਼ ਹੈ। ਭਾਵ ਤੇਰੇ ਸੁਭਾਅ ਦਾ ਹੀ ਪ੍ਰਕਾਸ਼ ਹੈ। ਕਲ ਕਲ ਵਾਲੀ ਮਾਇਆ ਮਦ ਮੀਠਾ, ਮਨ ਮਤ ਵਾਲਾ ਪੀਵਤ ਰਹੈ। ਆਪੇ ਰੂਪ ਕਰੇ ਬਹੁ ਭਾਂਤੀ, ਨਾਨਕ ਬਪੁੜਾ ਏਵ ਕਹੈ। ਬਹੁ ਭਾਂਤੀ, ਦੋ ਬਿੰਦੀਆਂ ਜਿਹੜੀਆਂ ਇਸ ਸ਼ਬਦ ਦੇ ਉੱਤੇ ਲੱਗੀਆਂ ਹੋਈਆਂ। ਕਲ ਕਲ ਵਾਲੀ ਭਾਵ ਕਲਯੁਗੀ ਸੁਭਾਵ, ਜਿਹਨੂੰ ਮਾੜਾ ਸੁਭਾਅ ਆਖਣਾ। ਮਾਇਆ ਮਦ ਮੀਠਾ, ਮਨ ਮਤ ਵਾਲਾ ਪੀਵਤ ਰਹੇ। ਕਲਵਾਲੀ ਭਾਵ ਕਲਾਲਨ, ਸ਼ਰਾਬ ਵੇਚਣ ਵਾਲੀ। ਮਦ ਤੋਂ ਭਾਵ ਸ਼ਰਾਬ, ਮਤ ਵਾਲਾ ਮਸਤ ਹੋਇਆ ਜਿਹੜਾ। ਕਿ ਜਿਵੇਂ ਇੱਕ ਸ਼ਰਾਬ ਵੇਚਣ ਵਾਲੀ ਹੈ, ਉਸ ਦੇ ਪਾਸ ਸ਼ਰਾਬ ਹੈ ਤੇ ਸ਼ਰਾਬੀ ਆ ਕੇ ਨਿੱਤ ਉਹਦੇ ਕੋਲੋਂ ਸ਼ਰਾਬ ਪੀਂਦਾ ਹੈ। ਇਵੇਂ ਹੀ ਇਸ ਜਗਤ ਵਿੱਚ ਕਲਯੁਗੀ ਸੁਭਾਅ ਹੈ, ਮਾੜਾ ਸੁਭਾਅ ਹੈ, ਮਾੜੇ ਵਿਚਾਰਾਂ ਵਾਲਾ ਸੁਭਾਅ ਹੈ। ਉਸ ਦੇ ਅਸਰ ਹੇਠ ਮਾਇਆ ਮਿੱਠੀ ਲੱਗ ਰਹੀ ਹੈ ਤੇ ਜੀਵਾਂ ਦਾ ਮਨ ਮਾਇਆ ਵਿੱਚ ਮਤਵਾਲਾ ਹੋ ਰਿਹਾ, ਮਸਤ ਹੋ ਰਿਹਾ। ਹੁਣ ਪਤਾ ਸਭ ਨੂੰ ਸ਼ਰਾਬ ਪੀਣੀ ਜਿਹੜੀ ਉਹ ਮਾੜੀ ਹੈ, ਪਰ ਫਿਰ ਵੀ ਸ਼ਾਮ ਨੂੰ ਸਭ ਤੋਂ ਵੱਧ ਭੀੜ ਠੇਕੇ 'ਤੇ ਲੱਗੀ ਹੁੰਦੀ ਹੈ। ਉਹ ਭਾਵੇਂ ਲੱਖ ਸਰਕਾਰ ਨੇ ਜਿਹੜਾ ਹੈ ਉਹ ਇਹ ਆਖਿਆ ਹੈ ਕਿ ਪਿੰਡਾਂ ਤੋਂ ਜਾਂ ਰੋਡ ਤੋਂ ਜਿਹੜੇ ਹੈ ਉਹ ਰੋਡ ਤੋਂ ਦੂਰ ਚਾਹੀਦੇ ਆ ਠੇਕੇ, ਜਿੱਥੇ ਮਰਜ਼ੀ ਹੋਣ। ਸ਼ਾਮ ਨੂੰ ਬਸ ਕੋਈ ਆਪਦੀ ਕੋਈ ਕੰਮ 'ਤੇ ਆਇਆ, ਕੋਈ ਕਿਤੋਂ ਹੈ ਕੋਈ ਕਿਤੋਂ ਹੈ, ਸਭ ਆਪੋ ਆਪਣੇ ਤਰੀਕਿਆਂ ਦੇ ਨਾਲ ਕੀ ਹੈ ਉੱਥੇ ਪਹੁੰਚੇ ਹੁੰਦੇ। ਪੁਰਾਣੇ ਸਮੇਂ ਵਿੱਚ ਕਿ ਕੋਈ ਵੇਚਣ ਵਾਲਾ ਆਉਂਦਾ ਸੀ, ਉਹ ਇੱਕ ਥਾਂ 'ਤੇ ਬੈਠਦਾ ਸੀ, ਲੋਕ ਉਹਦੇ ਕੋਲੋਂ ਪੀਂਦੇ ਸੀ। ਅੱਜ ਐਸਾ ਹੈ ਕਿ ਅੱਜ ਠੇਕੇ ਬਣੇ ਹੋਏ ਸਰਕਾਰੀ ਹੈ, ਉੱਥੇ ਜਾ ਕੇ ਜਿਹੜਾ ਉਹ ਪੀਂਦੇ। ਪਤਾ ਸਭ ਨੂੰ ਹੈ ਪੀਣੀ ਮਾੜੀ ਹੈ, ਪਰ ਉਹ ਮਿੱਠੀ ਲੱਗਦੀ ਹੈ, ਫਿਰ ਵੀ ਮਤਵਾਲੇ ਹੋਏ ਹੈ ਪੀਣ ਵਾਸਤੇ। ਆਪੇ ਰੂਪ ਕਰੇ ਬਹੁ ਭਾਂਤੀ, ਨਾਨਕ ਬਪੁੜਾ ਏਵ ਕਹੈ। ਆਖਣ ਲੱਗੇ ਇੱਥੇ ਹੁਣ ਇੱਕ ਸ਼ਬਦ ਆਇਆ ਰੂਪ। ਪਹਿਲੀ ਪੰਕਤੀ ਵਿੱਚ ਵੀ ਰੂਪ ਆਇਆ ਸੀ, ਇੱਕ ਵਚਨ ਸੀ। ਇੱਥੇ ਕੀ ਹੈ? ਬਹੁ ਵਚਨ ਰੂਪ ਦੇ ਵਿੱਚ ਆਇਆ ਕਿ ਇਹ ਭਾਂਤ ਭਾਂਤ ਦੇ ਰੂਪ ਵੀ ਮਾਲਕ ਆਪ ਹੀ ਬਣਾ ਰਿਹਾ ਹੈ। ਭਾਵ ਕਿ ਇਹ ਗੱਲ ਬੜੀ ਅਲੌਕਿਕ ਜੀ ਹੈ, ਬੜੀ ਅਚਰਜਤਾ ਵਾਲੀ ਹੈ ਕਿ ਪਰ ਉਸ ਪ੍ਰਭੂ ਨੂੰ ਹਰ ਚੰਗੇ ਮੰਦੇ ਵਿੱਚ ਵਿਆਪਕ ਵੇਖ ਕੇ ਨਾਨਕ ਬਪੁੜਾ ਹੈ ਜਿਹੜਾ ਇਹੀ ਆਖ ਸਕਦਾ ਹੈ ਕਿ ਸਭ ਕੁਝ ਮਾਲਕ ਇਹ ਆਪ ਹੀ ਕਰ ਰਿਹਾ ਹੈ। ਸਾਰੀ ਸ੍ਰਿਸ਼ਟੀ ਉਹਦੀ ਆਪਣੀ ਬਣਾਈ ਹੋਈ ਹੈ ਤੇ ਆਪ ਹੀ ਆਪਣੇ ਭਾਣੇ ਵਿੱਚ ਚਲਾ ਰਿਹਾ ਹੈ। ਆਸਾ ਮਹਿਲਾ ਪਹਿਲਾ। ਵਾਜਾ ਮਤ ਪਖਾਵਜ ਭਾਉ, ਹੋਏ ਆਨੰਦ ਸਦਾ ਮਨ ਚਾਉ। ਏਹਾ ਭਗਤ ਇਹੋ ਤਪ ਤਾਉ, ਇਤ ਰੰਗ ਨਾਚੋ ਰਖ ਰਖ ਪਾਉ। ਹੁਣ ਆਖਣ ਲੱਗੇ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਵਾਜਾ ਮਤ ਪਖਾਵਜ ਭਾਉ। ਪਖਾਵਜ ਜੋੜੀ ਤਬਲਾ ਜਿਹੜਾ ਨਾਲ ਚੱਲਦਾ। ਆਖਣ ਲੱਗੇ ਜਿਸ ਮਨੁੱਖ ਨੇ ਸ੍ਰੇਸ਼ਟ ਬੁੱਧੀ ਨੂੰ ਵਾਜਾ ਬਣਾਇਆ ਹੋਇਆ ਹੈ, ਚੰਗੀ ਬੁੱਧੀ ਨੂੰ ਜਿਹੜਾ ਹੈ ਉਹ ਵਾਜਾ ਬਣਾਇਆ ਹੋਇਆ ਹੈ, ਤੇ ਪਖਾਵਜ ਭਾਉ ਅਤੇ ਨਾਲ ਪਖਾਵਜ ਜੋੜੀ ਹੈ ਜਿਹੜੀ ਉਹ ਮਾਲਕ ਦੇ ਪ੍ਰਭੂ ਪ੍ਰੇਮ ਨੂੰ ਬਣਾਇਆ ਹੋਇਆ। ਜੋੜੀ ਉਹਨੂੰ ਬਣਾਇਆ ਹੋਇਆ
ਤੇ ਜਦੋਂ ਦੋਵਾਂ ਦਾ ਤਾਲ ਜੁੜ ਜਾਂਦਾ ਹੈ, ਭਾਵ ਦੋਵੇਂ ਆਪਸ ਵਿੱਚ ਜੁੜ ਜਾਂਦੇ, ਜਿਵੇਂ ਹੁਣ ਪਹਿਲਾਂ ਗੁਰਬਾਣੀ ਦਾ ਗਾਇਨ ਹੋਇਆ, ਇੱਥੇ ਇੱਕ ਪਾਸੇ ਵਾਜਾ ਚੱਲ ਰਿਹਾ ਸੀ, ਨਾਲ ਜੋੜੀ ਚੱਲ ਰਹੀ, ਤਬਲਾ ਚੱਲ ਰਿਹਾ। ਹੁਣ ਜਦੋਂ ਦੋਵਾਂ ਦਾ ਮੇਲ ਹੋ ਜਾਂਦਾ ਰਾਗ ਦੇ ਅੰਦਰ ਜਾ ਕੇ, ਉਦੋਂ ਫਿਰ ਬੜਾ ਆਨੰਦ ਬਣਦਾ ਹੈ, ਬੜਾ ਰਸ ਬਣਦਾ ਹੈ। ਇਸੇ ਤਰ੍ਹਾਂ ਜਦੋਂ ਚੰਗੀ ਬੁੱਧੀ ਹੈ ਜਿਹੜੀ, ਉਹ ਵਾਜੇ ਵਾਂਗ ਅਤੇ ਮਾਲਕ ਦਾ ਭਾਉ ਜੋੜੀ ਦੇ ਵਾਂਗ ਬਰਾਬਰ ਇਕੱਠੇ ਹੁੰਦੇ ਨੇ। ਆਖਦੇ ਨੇ ਉੱਥੇ ਹੋਏ ਆਨੰਦ ਸਦਾ ਮਨ ਚਾਓ, ਇਹਨਾਂ ਸਾਜ਼ਾਂ ਦੇ ਵੱਜਣ ਨਾਲ, ਭਾਵ ਸ੍ਰੇਸ਼ਟ ਬੁੱਧੀ ਅਤੇ ਮਾਲਕ ਦੇ ਭਾਉ ਕਰਕੇ ਕੀ ਹੈ, ਇਸ ਦੀ ਬਰਕਤ ਨਾਲ ਉਸ ਦੇ ਅੰਦਰ ਸਦਾ ਆਨੰਦ ਸੁੱਖ ਬਣਿਆ ਰਹਿੰਦਾ ਹੈ, ਤੇ ਉਸ ਦੇ ਮਨ ਵਿੱਚ ਵੀ ਸਦਾ ਇਹੋ ਉਤਸ਼ਾਹ ਰਹਿੰਦਾ ਹੈ ਕਿ ਮੈਂ ਇਸ ਆਨੰਦ ਵਿੱਚ ਜੁੜਿਆ ਰਹਾਂ। ਇਹਾ ਭਗਤ ਇਹੋ ਤਪਤਾਓ, ਆਖਣ ਲੱਗੇ ਕਿ ਇਹੋ ਅਸਲ ਭਗਤੀ ਵੀ ਇਹਾ ਹੀ ਹੈ, ਭਾਵ ਇਹੋ ਹੀ ਅਸਲ ਭਗਤੀ ਹੈ, ਇਹ ਹੀ ਅਸਲ ਭਗਤੀ ਹੈ। ਅਤੇ ਇਹੋ ਤਪਤਾਓ, ਇਹੀ ਹੈ ਮਹਾਨ ਤਪ, ਭਾਵ ਕਿ ਸਭ ਤੋਂ ਵੱਡਾ ਤਪ ਵੀ ਇਹੋ ਹੈ ਤੇ ਸਭ ਤੋਂ ਵੱਡੀ ਭਗਤੀ ਵੀ ਇਹੀ ਹੈ। ਜਦੋਂ ਮਤ ਉਹ ਚੰਗੀ ਹੋ ਜਾਏ, ਸ਼ੁਭ ਅਮਲਾਂ ਵਾਲੀ ਹੋ ਜਾਏ ਅਤੇ ਮਾਲਕ ਦਾ ਪ੍ਰੇਮ ਪ੍ਰਾਪਤ ਹੋ ਜਾਏ, ਇਹ ਸਭ ਤੋਂ ਵੱਡੀ ਭਗਤੀ ਹੈ। ਇਹਦੇ ਵਿੱਚ ਰਹਿ ਕੇ ਆਨੰਦ ਮਾਣਨਾ, ਭਾਵ ਇਸ ਆਤਮਿਕ ਆਨੰਦ ਵਿੱਚ ਟਿਕੇ ਰਹਿ ਕੇ ਸਦਾ ਜੀਵਨ ਦੇ ਰਸਤੇ ਉੱਤੇ ਤੁਰਨਾ ਕਰੋ। ਇਤ ਰੰਗ ਨਾਚੋ ਰਖ ਰਖ ਪਾਉ, ਆਖਣ ਲੱਗੇ ਬਸ ਇਹ ਨਾਚ ਨੱਚੋ, ਭਾਵ ਇਸ ਆਨੰਦ ਵਿੱਚ ਰਹੋ ਕਿ ਰਾਸਾਂ ਵਿੱਚ ਨਾਚ ਨੱਚ ਕੇ ਉਸ ਦੇ ਭਗਤੀ ਨੂੰ ਸਮਝ ਲੈਣਾ। ਕਿਉਂਕਿ ਸਮਾਜ ਦੇ ਵਿੱਚ ਇੱਕ ਪੁਰਾਤਨ ਧਾਰਮਿਕ ਖਿਆਲ ਹੈ ਕਿ ਇੱਕ ਖਾਸ ਜਿਹੜੇ ਦੇਵਤਾ ਜੀ ਨੂੰ ਯਾਦ ਕਰਕੇ ਉਹਨਾਂ ਨੂੰ ਨੱਚਣਾ। ਆਖਣ ਲੱਗੇ ਇਹ ਨਹੀਂ, ਅਸਲ 'ਚ ਆਪਣੀ ਬੁੱਧੀ ਨੂੰ ਤੇ ਮਾਲਕ ਦੇ ਪ੍ਰੇਮ ਨੂੰ ਜਿਹੜਾ ਹੈ ਇਕੱਠਾ ਕਰੋ। ਇਹਦੇ ਨਾਲ ਜੋ ਖੁਸ਼ੀ, ਜੋ ਆਨੰਦ ਬਣੇਗਾ, ਉਹ ਹੋਰ ਕਿਤੇ ਵੀ ਨੱਚ ਕੇ ਨਹੀਂ ਬਣਨਾ ਹੈ। ਪੂਰੇ ਤਾਲ ਜਾਣੈ ਸਾਲਾ, ਹੋਰ ਨੱਚਣਾ ਖੁਸ਼ੀਆਂ ਮਨ ਮਾ, ਰਹਾਉ ਸਤ ਸੰਤੋਖ ਵੱਜਹਿ ਦੁਇ ਤਾਲ, ਪੈਰੀ ਵਾਜਾ ਸਦਾ ਨਿਹਾਲ, ਰਾਗ ਨਾਦ ਨਹੀਂ ਦੂਜਾ ਭਾਉ, ਇਤ ਰੰਗ ਨਾਚੋ ਰਖ ਰਖ ਪਾਉ। ਹੁਣ ਇੱਥੇ ਬਖਸ਼ਿਸ਼ ਕਰ ਰਹੇ ਨੇ, ਪੂਰੇ ਤਾਲ ਜਾਣੈ ਸਾਲਾ, ਆਖਣ ਲੱਗੇ ਜੋ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਜਾਣਦਾ ਹੈ, ਉਹ ਜੀਵਨ ਨਾਚ ਵਿੱਚ, ਭਾਵ ਤਾਲ ਸਿਰ ਨੱਚਦਾ, ਭਾਵ ਆਪਣੀ ਜੀਵਨ ਦੀ ਤਾਲ ਸਹੀ ਰੱਖਦਾ ਹੈ, ਆਪਣੀ ਜੀਵਨ ਦੀ ਜਾਂਚ ਸਹੀ ਰੱਖਦਾ ਹੈ। ਹੋਰ ਨੱਚਣਾ ਖੁਸ਼ੀਆਂ ਮਨਮਾ, ਕਹਿੰਦੇ ਹੋਰ ਇਤਿਆਦਿਕ ਜਿਹੜੀਆਂ ਰਸਾਂ, ਐਵੇਂ ਨੱਚ ਕੇ ਆਖ ਦੇਣਾ ਕਿ ਨੱਚ ਕੇ ਰੱਬ ਨੂੰ ਮਨਾ ਲੈਣਾ ਔਰ ਨੱਚ ਕੇ ਰੱਬ ਨੂੰ ਐਵੇਂ ਪਾ ਲੈਣਾ। ਆਖਣ ਲੱਗੇ ਹੋਰ ਹੋਰ ਨਾਚ ਇਹ ਨਿਰੀਆਂ ਮਨ ਦੀਆਂ ਖੁਸ਼ੀਆਂ ਨੇ, ਮਨ ਦੇ ਚਾਉ ਨੇ, ਇਹ ਭਗਤੀ ਨਹੀਂ, ਇਹ ਤਾਂ ਮਨ ਦੇ ਨਚਾਏ ਨੱਚਣਾ ਹੈ। ਭਾਵ ਇਹ ਤੇ ਆਪਣੀ ਖੁਸ਼ੀ ਦੇ ਲਈ ਵੈਸੇ ਨੱਚ ਲੈਣਾ ਉੱਚੀ ਉੱਚੀ ਆਵਾਜ਼ ਦੇ ਵਿੱਚ, ਜਾਂ ਵੈਸੇ ਕਿਸੇ ਧਾਰਮਿਕ ਤਿਉਹਾਰ ਨੂੰ ਯਾਦ ਰੱਖੋ, ਜਿਨ੍ਹਾਂ ਦਾ ਧਰਮ ਉਹਨਾਂ ਨੂੰ ਮੁਬਾਰਕ, ਪਰ ਸਿੱਖਾਂ ਲਈ ਐਸਾ ਨਹੀਂ। ਉਹ ਕਹਿੰਦੇ ਅਸਲ ਨੱਚਣਾ ਇਹੋ ਹੀ ਹੈ, ਭਾਵ ਮਾਲਕ ਦੀ ਬਣਾਈ ਹੋਈ ਰਜ਼ਾ ਦੇ ਤਾਲ ਵਿੱਚ ਰਹਿਣਾ। ਰਹਾਓ ਸਤ ਸੰਤੋਖ ਵੱਜਹਿ ਦੁਇ ਤਾਲ, ਆਖਣ ਲੱਗੇ ਖਲਕਤ ਦੀ ਸੇਵਾ, ਸੰਤੋਖ ਵਾਲਾ ਜੀਵਨ, ਇਹ ਦੋਵੇਂ ਛੈਣੇ ਵੱਜਣ, ਭਾਵ ਜਿਵੇਂ ਛੈਣੇ ਤਾਲ ਵਿੱਚ ਚੱਲਦੇ ਆ ਨਾ, ਤਾਲ ਭਾਵ ਛੈਣੇ, ਕਿ ਇਹ ਦੋਏ ਤਾਲ, ਇਹ ਦੋਵੇਂ ਜਿਹੜੇ ਛੈਣੇ ਹੈ ਨਾ, ਉਹ ਸਬਰ ਅਤੇ ਸੰਤੋਖ ਵਾਲੇ ਹੋਣ, ਸੇਵਾ ਤੇ ਸੰਤੋਖ ਵਾਲਾ ਜੀਵਨ ਹੋਵੇ। ਪੈਰੀਂ ਵਾਜਾ ਸਦਾ ਨਿਹਾਲ, ਆਖਣ ਲੱਗੇ ਪੈਰੀਂ ਵਾਜਾ, ਭਾਵ ਪੈਰਾਂ ਵਿੱਚ ਵੱਜਣ ਵਾਲਾ ਵਾਜਾ, ਘੁੰਗਰੂ, ਆਖਣ ਲੱਗੇ ਸਦਾ ਨਿਹਾਲ ਰਹਿਣਾ, ਖਿੜੇ ਮੱਥੇ ਰਹਿਣਾ, ਚੜ੍ਹਦੀ ਕਲਾ ਵਿੱਚ ਰਹਿਣਾ, ਇਹ ਹੈ ਪੈਰਾਂ ਵਿੱਚ ਘੁੰਗਰੂ ਵੱਜਣਾ। ਕਿਉਂਕਿ ਜਿਹਦੇ ਪੈਰਾਂ ਵਿੱਚ ਘੁੰਗਰੂ ਵੱਜਿਆ ਹੁੰਦਾ, ਉਹ ਜਦੋਂ ਵੀ ਚੱਲੇਗਾ ਉਦੋਂ ਹੀ ਛਣਕੇਗਾ,
ਉਦੋਂ ਹੀ ਉਹਦੀ ਆਵਾਜ਼ ਆਏਗੀ। ਆਖਣ ਲੱਗੇ ਸਦਾ ਆਨੰਦ ਵਿੱਚ ਰਹਿਣਾ ਇਹ ਅਸਲ ਵਿੱਚ ਕੀ ਹੈ? ਪੈਰਾਂ ਵਿੱਚ ਘੁੰਗਰੂ ਵਾਂਗ ਹੈ, ਰਾਗ ਨਾਦ ਨਹੀਂ ਦੂਜਾ ਭਾਉ। ਆਖਣ ਲੱਗੇ ਮਾਲਕ ਦੇ ਪ੍ਰੇਮ ਤੋਂ ਬਿਨਾਂ, ਪਿਆਰ ਤੋਂ ਬਿਨਾਂ ਕੋਈ ਹੋਰ ਭਾਉ ਲਗਨ ਹੋਵੇ, ਇਹ ਹਰ ਵੇਲੇ ਰਾਗ ਤੇ ਆਲਾਪ ਹੁੰਦਾ ਰਹੇ। ਮਾਲਕ ਦੇ ਪ੍ਰੇਮ ਤੋਂ ਬਿਨਾਂ ਕੋਈ ਹੋਰ ਪ੍ਰੇਮ ਨਾ ਹੋਵੇ, ਕੋਈ ਹੋਰ ਦੂਜਾ ਭਾਉ ਨਾ ਹੋਵੇ, ਇਹ ਰਾਗ ਅਤੇ ਆਲਾਪ ਹੈ। ਇਹ ਹੈ ਅਸਲ ਵਿੱਚ ਰਾਗੀ ਭਾਵ ਰਾਗ ਹੋਣਾ, ਜੀਵਨ ਦਾ ਅਸਲ ਰਾਗ, ਤਾਲ ਵਿੱਚ ਜੀਵਨ ਜਿਉਣਾ। ਇਤ ਰੰਗ ਨਾਚੋ ਰਖ ਰਖ ਪਾਉ। ਹੇ ਭਾਈ ਇਸ ਆਤਮਿਕ ਆਨੰਦ ਵਿੱਚ ਟਿਕੋ, ਇਸ ਜੀਵਨ ਦੇ ਸਹੀ ਰਸਤੇ ਤੇ ਆਪਣਾ ਪੈਰ ਰੱਖੋ, ਇਸ ਜੀਵਨ ਰਸਤੇ ਤੇ ਤੁਰੋ, ਇਹ ਨਾਚ ਨੱਚੋ। ਭਾਵ ਇਸ ਤਰ੍ਹਾਂ ਜੀਵਨ ਦੇ ਆਤਮਿਕ ਆਨੰਦ ਦਾ ਹੁਲਾਰਾ ਜਿਹੜਾ ਹੈ ਉਹ ਪ੍ਰਾਪਤ ਕਰਨਾ ਕਰੋ। ਭਉ ਫੇਰੀ ਹੋਵੈ ਮਨ ਚੀਤ, ਬਹਿੰਦਿਆਂ ਉੱਠਦਿਆਂ ਨੀਤਾ ਨੀਤ। ਲੇਟਣ ਲੇਟ ਜਾਣੈ ਤਨ ਸੁਆਹ, ਇਤ ਰੰਗ ਨਾਚੋ ਰਖ ਰਖ ਪਾਉ। ਭਉ ਫੇਰੀ ਹੋਵੈ ਮਨ ਚੀਤ। ਫੇਰੀਆਂ ਭਾਵ ਲੇਟਣਾ ਹੁੰਦਾ ਨਾ, ਭੁਆਂਟਣੀਆਂ ਮਾਰਨੀਆਂ। ਆਖਣ ਲੱਗੇ ਨਾਚ ਦੀ ਇਹ ਭੁਆਟਣੀ ਹੋਵੇ ਕਿ ਪ੍ਰਭੂ ਦਾ ਡਰ ਅਦਬ ਮਨ ਚਿੱਤ ਵਿੱਚ ਟਿਕਿਆ ਰਹੇ। ਭਾਵ ਉਹਦੇ ਅੱਗੇ ਭੁਆਂਟਣੀ ਲੈਣੀ ਜਿਵੇਂ ਨਾਚ ਦੇ ਵਿੱਚ ਲਈਆਂ ਜਾਂਦੀਆਂ। ਆਖਣ ਲੱਗੇ ਇਹ ਮਾਲਕ ਦਾ ਅਦਬ ਤੇ ਡਰ ਹੋਵੇ। ਬਹਿੰਦਿਆਂ ਉੱਠਦਿਆਂ ਨੀਤਾ ਨੀਤ। ਨੀਤਾ ਨੀਤ ਭਾਵ ਨਿਤ ਨਿਤ, ਸਦਾ ਸਦਾ। ਬਹਿੰਦਿਆਂ ਉੱਠਦਿਆਂ ਸਦਾ ਹਰ ਵੇਲੇ ਮਾਲਕ ਦਾ ਡਰ ਹੈ, ਜਿਹੜਾ ਅਦਬ ਹੈ ਮਨ ਵਿੱਚ ਬਣਿਆ ਰਹੇ। ਇਹ ਹੈ ਅਸਲ ਭੁਆਟਣੀ, ਅਸਲ ਜਿਹੜਾ ਹੈ ਉਹ ਫੇਰੀ। ਲੇਟਣ ਲੇਟ ਜਾਣੈ ਤਨ ਸੁਆਹ। ਆਖਣ ਲੱਗੇ ਆਪਣੇ ਸਰੀਰ ਨੂੰ ਮਨੁੱਖ ਨਾਸਵੰਤ ਸਮਝੇ, ਸੁਆਹ ਹੀ ਸਮਝੇ। ਇਹ ਲੇਟਣ, ਇਹ ਲੇਟ ਅਤੇ ਨਿਰਤਕਾਰੀ ਹੋਵੇ। ਲੇਟ ਕੇ ਨਿਰਤਕਾਰੀ ਕਰਨੀ, ਤਰ੍ਹਾਂ ਤਰ੍ਹਾਂ ਦੇ ਜਿਹੜੇ ਨਿਰਤ ਕਰਨੇ, ਇਹ ਤੇਰੇ ਜੀਵਨ ਦੀ ਨਿਰਤਕਾਰੀ ਹੋਵੇ। ਇਤ ਰੰਗ ਨਾਚੋ ਰਖ ਰਖ ਪਾਉ। ਹੇ ਭਾਈ ਇਸ ਆਤਮਿਕ ਆਨੰਦ ਸੁੱਖ ਵਿੱਚ ਟਿਕੇ ਰਹੋ, ਇਹ ਜੀਵਨ ਜੀਵੋ। ਇਹੀ ਜੀਵਨ ਦਾ ਅਸਲ ਨਾਚ ਜਿਹੜਾ ਉਹ ਨੱਚਣਾ ਕਰੋ। ਸਿੱਖ ਸਭਾ ਦੀਖਿਆ ਕਾ ਭਾਉ, ਗੁਰਮੁਖ ਸੁਣਨਾ ਸਾਚਾ ਨਾਉ। ਨਾਨਕ ਆਖਣ ਵੇਰਾ ਵੇਰ, ਇਤ ਰੰਗ ਨਾਚੋ ਰਖ ਰਖ ਪੈਰ। ਸਿੱਖ ਸਭਾ ਭਾਵ ਸਤ ਸੰਗਤ, ਗੁਰੂ ਦੇ ਸੇਵਕਾਂ ਦੀ ਸਭਾ, ਸਿੱਖਣ ਵਾਲਿਆਂ ਦੀ ਸਭਾ, ਕਿ ਜਿਹੜੇ ਹਮੇਸ਼ਾ ਹੀ ਗੁਰੂ ਕੋਲ ਸਿੱਖਣ ਲਈ ਬੈਠਦੇ ਹੈ। ਸਿੱਖ ਸਭਾ ਦੀਖਿਆ ਕਾ ਭਾਵ, ਦੀਖਿਆ ਭਾਵ ਗੁਰੂ ਦਾ ਉਪਦੇਸ਼। ਗੁਰੂ ਜਿਹੜੀ ਦਕਸ਼ਨਾ ਦਿੰਦਾ ਹੈ, ਗੁਰੂ ਜਿਹੜਾ ਹੈ ਉਹ ਉਪਦੇਸ਼ ਦਿੰਦਾ ਹੈ ਕਿ ਸਤ ਸੰਗਤ ਵਿੱਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ ਆਪਣੇ ਅੰਦਰ ਪੈਦਾ ਕਰਨਾ, ਭਾਵ ਪੈਦਾ ਕਰਨਾ। ਜੋ ਗੁਰੂ ਉਪਦੇਸ਼ ਕਰਦਾ ਹੈ ਉਹਨੂੰ ਆਪਣੇ ਹਿਰਦੇ ਵਿੱਚ ਪ੍ਰੇਮ ਸਹਿਤ ਧਾਰਨ ਕਰਨਾ। ਇਹ ਨਹੀਂ ਕਹਿਣਾ ਕਿ ਦੁਨੀਆ ਨਹੀਂ ਮੰਨਦੀ, ਦੁਨੀਆ ਥੋੜ੍ਹਾ ਮਨਾਉਣੀ ਹੈ, ਲੋਕਾਂ ਨੂੰ ਥੋੜ੍ਹਾ ਮਨਾਉਣਾ ਹੈ। ਮਨਾਉਣਾ ਅਤੇ ਮੰਨਣਾ ਗੁਰੂ ਨਾਲ ਹੈ, ਕਿ ਗੁਰੂ ਦੀ ਮੰਨ ਲੈਣਾ ਅਤੇ ਆਪਣੇ ਆਪ ਨੂੰ ਗੁਰੂ ਦੇ ਬਾਣੀ ਵਿੱਚ ਰਹਿਣ ਲਈ ਮਨਾ ਲੈਣਾ। ਅਸਲ ਜੀਵਨ ਇਹੋ ਹੀ ਹੈ। ਗੁਰਮੁਖ ਸੁਣਨਾ ਸਾਚਾ ਨਾਉ। ਗੁਰੂ ਦੇ ਸਨਮੁਖ ਰਹਿ ਕੇ ਪ੍ਰਮਾਤਮਾ ਦਾ ਅਟਲ ਨਾਮ ਸੁਣਦੇ ਰਹਿਣਾ। ਸੱਚਾ ਨਾਮ ਜਿਹੜਾ ਹੈ ਉਹ ਗੁਰੂ ਦੇ ਵੱਲ ਮੁਖ ਕਰਕੇ, ਗੁਰੂ ਵੱਲ ਧਿਆਨ ਦੇ ਕੇ ਸੁਣਦੇ ਰਹਿਣਾ। ਕਿ ਸੱਚਾ ਗੁਰੂ ਹੈ ਜਿਹੜਾ ਪੂਰਨ ਗੁਰੂ ਹੈ, ਉਹ ਮਾਲਕ ਦੇ ਪ੍ਰਥਾਏ ਸਾਨੂੰ ਜੀਵਨ ਦਾ ਕੀ ਉਪਦੇਸ਼ ਕਰਦਾ, ਇਹ ਧਿਆਨ ਨਾਲ ਚਿੱਤ ਲਾ ਕੇ ਸੁਣਨਾ। ਨਾਨਕ ਆਖਣ ਵੇਰਾ ਵੇਰ, ਵੇਰਾ ਵੇਰ ਭਾਵ ਵਾਰ ਵਾਰ, ਵਾਰੀ ਵਾਰੀ, ਮੁੜ ਮੁੜ, ਕਿ ਪ੍ਰਮਾਤਮਾ ਦਾ ਨਾਮ ਮੁੜ ਮੁੜ ਆਖਣਾ, ਕਹਿਣਾ, ਆਪਣੇ ਮਨ ਵਿੱਚ ਚਿੱਤ ਵਿੱਚ ਪੱਕਾ ਕਰਨਾ। ਇਤ ਰੰਗ ਨਾਚੋ ਰਖ ਰਖ
ਪੈਰ ਆਖਣ ਲੱਗੇ ਬਸ ਇਸੇ ਰੰਗ ਵਿੱਚ, ਇਸੇ ਪ੍ਰੇਮ ਵਿੱਚ, ਇਸੇ ਪਿਆਰ ਵਿੱਚ ਹੇ ਨਾਨਕ ਟਿਕੋ, ਇਸ ਜੀਵਨ ਰਸਤੇ ਵਿੱਚ ਪੈਰ ਧਰੋ, ਬਸ ਇਹੀ ਨਾਚ ਨੱਚਣਾ ਕਰੋ। ਇਹੀ ਹੈ ਅਸਲ ਜ਼ਿੰਦਗੀ ਦਾ ਨਾਚ, ਇਹੀ ਹੈ ਜੀਵਨ ਦੀ ਅਸਲ ਜਿਹੜੀ ਰੌਂ, ਇਹੀ ਹੈ ਜ਼ਿੰਦਗੀ ਦਾ ਅਸਲ ਰਾਗ। ਭਾਵ ਇਹ ਜੀਵਨ ਦਾ ਆਨੰਦ ਮਾਰੋ ਕਿ ਸਦਾ ਮਾਲਕ ਦੀ ਤਾਲ ਵਿੱਚ, ਰਾਗ ਵਿੱਚ ਟਿਕੇ ਰਹੋ। ਜਦੋਂ ਉਹਦੇ ਰਾਗ ਤਾਲ ਤੋਂ ਅਸੀਂ ਬਾਹਰ ਹੋਏ, ਭਾਵ ਭਾਣੇ ਰਜ਼ਾ ਤੋਂ ਬਾਹਰ ਹੋਏ, ਉਦੋਂ ਅਸੀਂ ਥੜਕ ਜਾਣਾ ਅਤੇ ਫਿਰ ਅਸੀਂ ਛੇਤੀ ਰਾਗ ਤਾਲ ਵਿੱਚ ਹੋ ਨਹੀਂ ਸਕਦੇ। ਇਸ ਕਰਕੇ ਸਾਨੂੰ ਹਮੇਸ਼ਾ ਮਾਲਕ ਦੇ ਨਾਮ ਭਾਣੇ ਵਿੱਚ, ਗੁਰੂ ਦੇ ਸ਼ਬਦ ਰਾਹੀਂ ਟਿਕੇ ਰਹਿਣਾ ਚਾਹੀਦਾ। ਆਸਾ ਮਹਿਲਾ ਪਹਿਲਾ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ। ਅੰਧੁਲੈ ਦਹ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਭਇਆ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਰਹਿਮਤ ਕਰ ਰਹੇ ਹੈ, ਕਹਿੰਦੇ ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ। ਜਲ ਅਤੇ ਅਗਨੀ ਦਾ ਬੰਧ ਕਰ ਦੇਣਾ, ਭਾਵ ਜੋੜ ਬਣਾ ਦੇਣਾ, ਮੇਲ ਕਰ ਦੇਣਾ ਕਿ ਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਫਿਰ ਉਹ ਧਰੀ ਸਾਜੀ, ਪਾਣੀ ਅਤੇ ਅੱਗ ਦਾ ਮੇਲ ਕੀਤਾ, ਭਾਵ ਵਿਰੋਧੀ ਤੱਤ ਮਾਲਕ ਨੇ ਆਪਸ ਵਿੱਚ ਕੀ ਹੈ, ਮਿਲਾ ਦਿੱਤੇ। ਕਿਸ ਤਰ੍ਹਾਂ ਕਿ ਜੀਵਾਂ ਨੂੰ ਬਣਾਇਆ, ਜੀਵ ਦੇ ਵਿੱਚ 5 ਤੱਤ ਨੇ, ਅਗਨੀ ਵੀ ਹੈ, ਪਾਣੀ ਵੀ ਹੈ, ਹਵਾ ਵੀ ਹੈ, ਮਿੱਟੀ ਵੀ ਹੈ, ਭਾਵ ਆਕਾਸ਼ ਵੀ ਹੈ। ਇਹ ਸਾਰੇ ਕੀ ਹੈ, ਇਕੱਠੇ ਕਰ ਦਿੱਤੇ ਮਾਲਕ ਨੇ, ਇਹ 5 ਤੱਤ, ਵਿਰੋਧੀ ਤੱਤ। ਜੇ ਅਸੀਂ ਵੇਖੀਏ ਦਰਖਤਾਂ ਦੇ ਵਿੱਚ, ਤੇ ਦਰਖਤਾਂ ਦੇ ਵਿੱਚ ਵੀ ਅੱਗ ਹੁੰਦੀ ਹੈ, ਉਹ ਵੀ ਕੀ ਹੈ, ਇੱਕ ਜੀਵ ਦੇ ਸਮਾਨ ਹੈ। ਭਾਵ ਅਜਿਹਾ ਕੋਈ ਜੀਵ ਹੈ ਹੀ ਨਹੀਂ ਜਿਹਦੇ ਵਿੱਚ ਅੱਗ ਨਾ ਹੋਏ। ਹਰ ਇੱਕ ਜੀਵ ਦੇ ਵਿੱਚ ਅਗਨੀ ਹੈ ਹੀ ਹੈ। ਤਾਂ ਹੀ ਤਾਂ ਮਨੁੱਖ ਭਾਵੇਂ ਲੋਹਾ ਵੀ ਖਾ ਲਏ ਥੋੜ੍ਹਾ ਬਹੁਤ, ਹੋਰ ਕੋਈ ਧਾਤ ਖਾ ਲਏ, ਕੁਝ ਖਾ ਲਏ, ਉਹ ਕੀ ਹੈ, ਉਹ ਗਾਲ ਦਿੰਦਾ। ਕਹਿਣ ਦਾ ਭਾਵ ਅੰਦਰ ਅੱਗ ਹੈ। ਜੇ ਕੋਈ ਸਾਡੇ ਅੰਦਰ ਅਸੀਂ ਕੁਝ ਖਾਂਦੇ ਹਾਂ, ਉਹ ਜੇ 24 ਘੰਟਿਆਂ ਦੇ ਵਿੱਚ ਗਲ ਜਾਂਦਾ, ਸੜ ਜਾਂਦਾ, ਇਹਦਾ ਮਤਲਬ ਸਾਡੇ ਅੰਦਰ ਅਗਨੀ ਹੈ ਜਿਹੜੀ ਸਾੜ ਦਿੰਦੀ। ਪਰ ਮਾਲਕ ਨੇ ਉਹਦਾ ਰੂਪ ਬਦਲ ਕੇ ਕੀ ਹੈ, ਸਾਡੇ ਅੰਦਰ ਪਾਇਆ ਹੋਇਆ, ਸਾਰੇ ਜੀਵਾਂ ਦੇ ਵਿੱਚ ਹੀ ਪਾਇਆ ਕਿ ਪਾਣੀ ਵੀ ਤੇ ਹਵਾ ਵੀ, ਅੱਗ ਵੀ, ਇਹ ਸਾਰਿਆਂ ਨੂੰ ਕੀ ਹੈ, ਇਕੱਠਾ ਕੀਤਾ ਹੈ। ਭਾਵ ਕਿ ਇਹ ਮਾਲਕ ਦੀ ਇੱਕ ਅਚਰਜ ਰਚਨਾ ਹੈ। ਇਹ ਜੋ ਦਿਸਦਾ, ਜਿਸ ਤੋਂ ਦਿਸਦਾ ਕਿ ਉਹ ਬੇਅੰਤ ਹੈ, ਵੱਡੀਆਂ ਤਾਕਤਾਂ ਵਾਲਾ ਹੈ, ਉਸ ਦੀ ਇਹ ਵਡਿਆਈ ਭੁੱਲ ਕੇ ਨਿਰਾ ਰਾਵਣ ਦੇ ਮਾਰਨ ਵਿੱਚ ਹੀ ਉਸ ਦੀ ਵਡਿਆਈ ਸਮਝਣੀ, ਇਹ ਭੁੱਲ ਹੈ। ਕਹਿਣ ਦਾ ਭਾਵ ਹੁਣ ਅੱਗੇ ਕਹਿ ਰਿਹਾ ਹੈ, 10 ਸਿਰ ਅੰਧੁਲੈ 10 ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਭਇਆ। ਆਖਣ ਲੱਗੇ ਅਕਲ ਦੇ ਅੰਨੇ ਰਾਵਣ ਨੇ ਆਪਣੀ ਮੌਤ ਮੂਰਖਪਣ ਵਿੱਚ ਸਹੇੜੀ, ਪਰਮਾਤਮਾ ਨਿਰਾ ਉਸ ਮੂਰਖ ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ। ਕਹਿਣ ਦਾ ਭਾਵ ਕਿ ਇਹ ਸਮਝ ਲੈਣਾ ਕਿ ਉਸ ਨੂੰ, ਰਾਵਣ ਨੂੰ ਮਾਰ ਦਿੱਤਾ ਤੇ ਰੱਬ ਤਾਂ ਹੀ ਵੱਡਾ। ਕਹਿੰਦੇ ਐਸਾ ਨਹੀਂ ਹੈ। ਉਸ ਮਾਲਕ ਦੀ ਵੇਖੋ ਕਿੱਡੀ ਅਚਰਜ ਰਚਨਾ ਹੈ ਕਿ ਪਾਣੀ ਦੇ ਉੱਤੇ ਧਰਤੀ ਮਿੱਟੀ ਟਿਕਾਈ ਹੋਈ ਹੈ ਉਹਨੇ, ਸਾਰੇ ਵਿਰੋਧੀ ਤੱਤ ਉਹਨੇ ਇਕੱਠੇ ਕਰ ਦਿੱਤੇ। ਜਿੱਥੇ ਅੱਗ ਹੁੰਦੀ ਉੱਥੇ ਪਾਣੀ ਨਹੀਂ ਹੁੰਦਾ, ਭਾਵ ਇਕੱਠੇ ਨਹੀਂ ਹੋ ਸਕਦੇ, ਪਰ ਮਾਲਕ ਨੇ ਕੀ ਹੈ, ਇਹ ਇਕੱਠੇ ਹੀ ਟਿਕਾ ਦਿੱਤੇ ਹੈ, ਇਹਨਾਂ ਨੂੰ ਭਾਣੇ ਦੇ ਵਿੱਚ ਕਰ ਦਿੱਤਾ ਹੈ। ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਹਿਆ ਲਿਵਲਾਏ। ਰਹਾਉ। ਹੁਣ ਉੱਤੇ ਜਿਹੜਾ ਸ਼ਬਦ ਵਰਤਿਆ ਗਿਆ, ਅੰਧੁਲ ਹੈ 10 ਸਿਰ ਮੂੰਡ ਕਟਾਇਆ। ਹੁਣ ਇੱਥੇ ਇੱਕ ਇਸ ਸਮਾਜ ਦੇ ਵਿੱਚ ਜੋ ਮੰਨਿਆ ਜਾ ਰਿਹਾ ਕਿ ਰਾਵਣ ਹੰਕਾਰੀ ਹੋ ਗਿਆ ਸੀ, ਹੰਕਾਰ ਦੇ ਵਿੱਚ ਅੰਨਾ ਹੋ ਗਿਆ ਸੀ, ਉਹਨੂੰ ਬੜਾ ਮਾਣ ਹੋ ਗਿਆ ਸੀ, ਇਸ ਕਰਕੇ ਆਪਣੀ ਮਰਜ਼ੀ ਕਰਦਾ ਸੀ।
ਕਹਿਣ ਦਾ ਭਾਵ ਜੋ ਸਮਾਜ ਵਿੱਚ ਪ੍ਰਚਲਿਤ ਸੀ ਉਹ ਗੱਲ ਜਿਉਂ ਦੀ ਤਿਉਂ ਲਿਖੀ ਹੈ। ਭਾਵੇਂ ਹੋਰ ਵੀ ਵਿਦਵਾਨ ਹੈ ਜਿਹੜੇ ਉਹ ਰਾਵਣ ਨੂੰ ਬਹੁਤ ਚੰਗਾ ਵੀ ਆਖਦੇ ਆ, ਬਹੁਤ ਥਾਵਾਂ 'ਤੇ ਰਾਵਣ ਦੀ ਪੂਜਾ ਵੀ ਹੁੰਦੀ ਹੈ। ਇਹਦੇ ਨਾਲ ਭਾਵ ਨਹੀਂ ਹੈ। ਇੱਥੇ ਕੀ ਹੈ ਕਿ ਆਖਦੇ ਨਾ ਰਾਵਣ ਨੂੰ ਮਾਰ ਦਿੱਤਾ ਅਤੇ ਰੱਬ ਵੱਡਾ ਹੋ ਗਿਆ। ਕਹਿੰਦੇ ਐਵੇਂ ਨਹੀਂ, ਉਸ ਮਾਲਕ ਦੀ ਹੋਰ ਵੀ ਬੜੀ ਅਚਰਜ ਰਚਨਾ ਹੈ। ਇਸ ਕਰਕੇ ਕੀ ਹੈ, ਇਹ ਇੱਕ ਸਮਾਜਿਕ ਤੱਤ ਜਿਉਂ ਦਾ ਤਿਉਂ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ, ਜਿਉਂ ਜਿਉਂ ਆਖਿਆ ਜਾ ਰਿਹਾ ਉਸ ਨੂੰ ਜਿਹੜਾ ਉਹ ਪ੍ਰਗਟ ਕੀਤਾ ਗਿਆ। ਕਿਆ ਉਪਮਾ ਤੇਰੀ ਆਖੀ ਜਾਏ, ਹੇ ਪ੍ਰਭੂ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਆਖੀ ਨਹੀਂ ਜਾ ਸਕਦੀ। ਤੂੰ ਸਰਬੇ ਪੂਰ ਰਹਿਆ ਲਿਵ ਲਾਏ ਰਹਾਓ, ਤੂੰ ਸਭ ਜੀਵਾਂ ਵਿੱਚ ਵਿਆਪਕ ਹੈ, ਮੌਜੂਦ ਹੈ। ਇੱਕ ਰਸ ਜਿਹੜਾ ਹੈ ਸਭਨਾਂ ਦੇ ਅੰਦਰ ਜਿਹੜਾ ਉਹ ਪੁਰਖਿਆ ਹੋਇਆ। ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਭਇਆ। ਕਿਸ ਤੂੰ ਪੁਰਖ ਜੋਰੂ ਕੌਣ ਕਹੀਐ, ਸਰਬ ਨਿਰੰਤਰ ਰਵ ਰਹਿਆ। ਹੁਣ ਇੱਥੇ ਫਿਰ ਸਮਝਾ ਰਹੇ ਨੇ, ਆਖਰੇ ਨੇ ਜੀ ਉਪਾਏ ਜੁਗਤ ਹੱਥ ਕੀਨੀ, ਕਿ ਅਕਾਹੇ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰਕੇ ਸਭਨਾਂ ਦੀ ਜੀਵਨ ਜੁਗਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਸਾਰਿਆਂ ਨੂੰ ਆਪਣੇ ਕੀ ਹੈ ਹੱਥ ਵਿੱਚ ਟਿਕਾਇਆ ਹੋਇਆ। ਇਹ ਨਹੀਂ ਉਹਨੇ ਪੈਦਾ ਕਰਕੇ ਛੱਡ ਦਿੱਤੇ ਕਿ ਜਾਓ ਐਸ਼ ਕਰੋ। ਸਾਰਿਆਂ ਨੂੰ ਭਾਣੇ ਵਿੱਚ ਟਿਕਾਇਆ, ਸਾਰਿਆਂ ਨੂੰ ਸਮਾਂ ਦਿੱਤਾ ਹੋਇਆ ਹੈ ਅਤੇ ਸਭ ਨੂੰ ਹੀ ਨੱਥਿਆ ਹੋਇਆ ਆਪਣੇ ਹੱਥ ਵਿੱਚ। ਕਾਲੀ ਨੱਥ ਕਿਆ ਵੱਡਾ ਭਇਆ, ਆਖਣ ਲੱਗੇ ਨਿਰਾ ਕਾਲੀ ਨਾਗ ਨੂੰ ਨੱਥ ਕੇ ਤੂੰ ਵੱਡਾ ਨਹੀਂ ਹੋ ਗਿਆ, ਕਿ ਬਹੁਤ ਵੱਡੇ ਨਾਗ ਨੂੰ ਜਿਹੜਾ ਕਾਲੀ ਨਾਗ ਨੂੰ ਤੂੰ ਨੱਥ ਕੇ ਕਹਿ ਦੇਣਾ, ਭਾਵ ਉਹਨੂੰ ਫੜ ਕੇ ਕਹਿ ਦੇਣਾ, ਉਹਨੂੰ ਆਪਣੇ ਭਾਣੇ 'ਚ ਕਰਕੇ ਕਹਿ ਦੇਣਾ ਕਿ ਬਹੁਤ ਵੱਡਾ ਹੈ। ਆਖਣ ਲੱਗੇ ਇਹਦੀ ਵਡਿਆਈ ਨਾਲ ਤੂੰ ਵੱਡਾ ਨਹੀਂ, ਭਾਵੇਂ ਉਹ ਵੀ ਬਹੁਤ ਵੱਡਾ ਕਾਰਜ ਹੈ, ਪਰ ਕੀ ਹੈ ਸਾਰੇ ਜੀਵਾਂ ਨੂੰ ਪੈਦਾ ਕਰਕੇ ਨੱਥਣ ਵਾਲਾ ਵੀ, ਹੱਥ ਭਾਣੇ ਵਿੱਚ ਰੱਖਣ ਵਾਲਾ ਵੀ ਤੂੰ ਆਪ ਹੈ। ਕਿਸ ਤੂੰ ਪੁਰਖ ਜੋਰੂ ਕੌਣ ਕਹੀਐ, ਸਰਬ ਨਿਰੰਤਰ ਰਵ ਰਹਿਆ। ਆਖਣ ਲੱਗੇ ਨਾ ਤੂੰ ਕਿਸੇ ਖਾਸ ਇਸਤਰੀ ਦਾ ਖਸਮ ਹੈ, ਨਾ ਕੋਈ ਇਸਤਰੀ ਤੇਰੀ ਵਹੁਟੀ ਹੈ, ਤੂੰ ਸਭ ਜੀਵਾਂ ਦੇ ਅੰਦਰ ਇੱਕ ਰਸ ਮੌਜੂਦ ਹੈ। ਭਾਵ ਕਿ ਕੋਈ ਖਾਸ ਨਹੀਂ ਹੈ ਤੇਰੇ ਲਈ, ਜਿਹੜੇ ਤੇਰੇ ਨੇ ਉਹ ਤੇ ਤੇਰੇ ਖਾਸ ਹੈ ਨਹੀਂ। ਭਾਵ ਕੋਈ ਇਸਤਰੀ ਜਾਂ ਕੋਈ ਪੁਰਖ ਤੇਰੇ ਲਈ ਇਕੱਲਾ ਖਾਸ ਨਹੀਂ, ਤੂੰ ਸਾਰਿਆਂ ਦੇ ਅੰਦਰ ਇੱਕ ਰਸ ਇੱਕੋ ਜਿਹਾ ਵਿਆਪਕ ਹੈ। ਸਭ ਮੈਂ ਜੋਤ ਜੋਤ ਹੈ ਸੋਏ ਹੈ, ਘਟ ਘਟ ਵਿਆਪ ਰਹਿਆ ਭਗਵੰਤ ਹੈ ਤੂੰ। ਇਸ ਕਰਕੇ ਕਿਸੇ ਖਾਸ ਵਿੱਚ ਤੇਰੀ ਜੋਤ ਜ਼ਿਆਦਾ ਹੀ ਨਹੀਂ ਹੈ ਤੇ ਕਿਸੇ ਹੋਰ ਦੇ ਵਿੱਚ ਜੋਤ ਘੱਟ ਨਹੀਂ। ਜੋਤ ਤੇਰੀ ਸਭ ਦੇ ਅੰਦਰ ਇੱਕੋ ਜਿਹੀ ਹੈ, ਪਰ ਤੈਨੂੰ ਪ੍ਰੇਮ ਕਰਨ ਵਾਲੇ ਤੈਨੂੰ ਪ੍ਰਗਟ ਕਰ ਲੈਂਦੇ ਆ, ਉਹ ਤੇਰੇ ਪਿਆਰੇ ਹੋ ਜਾਂਦੇ ਹੈ। ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਨ ਸ੍ਰਿਸ਼ਟ ਗਿਆ। ਆਗੈ ਅੰਤ ਨ ਪਾਇਓ ਤਾਕਾ, ਕੰਸ ਛੇਦ ਕਿਆ ਵੱਡਾ ਭਇਆ। ਹੁਣ ਆਖਣ ਲੱਗੇ ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਨ। ਵਰਦਾਤਾ ਭਾਵ ਵਰ ਦਾ ਦਾਤਾ, ਵਰ ਦੇਣ ਵਾਲਾ ਵਿਸ਼ਨੂੰ। ਆਖਣ ਕਹਿੰਦੇ ਹਨ ਕਿ ਜਿਹੜਾ ਬ੍ਰਹਮਾ ਕੌਲ ਦੀ ਨਾਲ ਵਿੱਚੋਂ ਜੰਮਿਆ ਸੀ, ਭਾਵ ਕਮਲ ਦੇ ਫੁੱਲ ਵਿੱਚੋਂ ਜਿਹੜਾ ਪ੍ਰਗਟ ਹੋਇਆ ਸੀ, ਜੰਮਿਆ ਸੀ, ਤੇ ਵਿਸ਼ਨੂੰ ਉਸ ਦਾ ਹਮਾਇਤੀ ਸੀ। ਵਰਦਾਤਾ ਸਾਥ ਵਰਦਾਤਾ, ਵਰ ਦੇਣ ਵਾਲਾ, ਭਾਵ ਵਿਸ਼ਨੂੰ ਜੀ ਨੂੰ ਵਰ ਦੇਣ ਵਾਲਾ ਜਿਹੜਾ ਹੈ ਉਸ ਪੁਰਾਤਨ ਗ੍ਰੰਥਾਂ ਦੇ ਵਿੱਚ ਮੰਨਿਆ ਗਿਆ। ਬ੍ਰਹਮਾ ਭਾਲਨ ਸ੍ਰਿਸ਼ਟ ਗਿਆ, ਪਰ ਉਹ ਬ੍ਰਹਮਾ ਪਰਮਾਤਮਾ ਦੀ ਕੁਦਰਤ ਦਾ ਅੰਤ ਲੱਭਣ ਵਾਸਤੇ ਗਿਆ। ਨਾਲ ਕਿਹਨੂੰ ਲੈ ਲਿਆ? ਵਿਸ਼ਨੂੰ ਜੀ ਨੂੰ ਲੈ ਲਿਆ, ਉਹਨਾਂ ਦੀ ਹਮਾਇਤ ਲੈ ਲਈ, ਤੇ ਆਪ ਕੀ ਹੈ ਉਹ ਕਮਲ ਦੇ ਫੁੱਲ ਦੀ ਨਾਲੀ ਵਿੱਚੋਂ ਜੰਮਿਆ ਸੀ। ਯਾਦ ਰੱਖਿਓ ਇਹ ਸਾਰੀ ਕੀ ਹੈ ਪੁਰਾਤਨ ਗ੍ਰੰਥਾਂ ਦੀ ਜੋ ਵਿਚਾਰ ਚੱਲੀ ਆ ਰਹੀ ਹੈ, ਉਸੇ ਨੂੰ ਗੁਰੂ ਨਾਨਕ ਸਾਹਿਬ ਜੀ ਜਿਹੜਾ ਹੈ ਦੱਸ ਰਹੇ ਨੇ ਕਿ ਆਹ ਕੁਝ ਲਿਖਿਆ ਹੈ।
ਆਗੇ ਅੰਤ ਨ ਪਾਇਓ ਤਾਕਾ। ਕੰਸ ਛੇਦ ਕਿਆ ਵੱਡਾ ਭਇਆ। ਕਹਿਣ ਲੱਗੇ ਉਸ ਨਾਲ, ਉਸ ਦੇ ਨਾਲ ਵਿੱਚ ਹੀ ਭਟਕਦਾ ਰਿਹਾ, ਭਾਵ ਪਰ ਅੰਤ ਨਾ ਲੱਭ ਸਕਿਆ ਕਿ ਕੁਦਰਤ ਦਾ, ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਦਾ ਬ੍ਰਹਮਾ ਜੀ ਤੇ ਵਿਸ਼ਨੂੰ ਜੀ ਵੀ ਅੰਤ ਨਹੀਂ ਲੱਭ ਸਕੇ, ਪਾ ਨਹੀਂ ਸਕੇ ਕਿ ਕਿੱਡੀ ਕੁ ਵੱਡੀ ਸ੍ਰਿਸ਼ਟੀ ਉਸ ਮਾਲਕ ਨੇ ਬਣਾਈ ਹੈ। ਅਕਾਲ ਪੁਰਖ ਬੇਅੰਤ ਕੁਦਰਤ ਦਾ ਮਾਲਕ ਹੈ। ਅੱਗੇ ਕਹਿੰਦੇ ਹੈ ਕੰਸ ਛੇਦ ਕਿਆ ਵੱਡਾ। ਛੇਦ ਦੇਣਾ ਭਾਵ ਨਾਸ਼ ਕਰ ਦੇਣਾ, ਮਾਰ ਦੇਣਾ। ਆਖਣ ਲੱਗੇ ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ। ਇਹ ਤਾਂ ਉਸ ਅੱਗੇ ਬੜੀ ਸਧਾਰਨ ਜੀ, ਬੜੀ ਛੋਟੀ ਜੀ ਗੱਲ ਹੈ, ਕਿਉਂਕਿ ਹੁਣ ਰੱਬ ਦਾ ਰੂਪ ਹੋ ਕੇ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ। ਇਸ ਕਰਕੇ ਕਹਿੰਦੇ ਆ ਕਿ ਰੱਬ ਨੇ ਕੰਸ ਨੂੰ ਮਾਰ ਦਿੱਤਾ। ਇਹ ਕਿੰਨੀ ਕੁ ਵੱਡੀ ਗੱਲ ਹੈ। ਇਹ ਬਹੁਤ ਛੋਟੀ ਜੀ ਗੱਲ ਹੈ, ਜਿਹੜੀ ਜਿਸ ਦੀ ਕੁਦਰਤ ਦਾ ਅੰਤ ਬ੍ਰਹਮਾ ਜੀ ਤੇ ਵਿਸ਼ਨੂੰ ਜੀ ਵੀ ਨਹੀਂ ਪਾ ਸਕੇ। ਰਤਨ ਉਪਾਏ ਧਰੇ ਖੀਰ ਮਥਿਆ। ਹੋਰ ਪਖਲਾਏ ਜੇ ਅਸੀਂ ਕੀਆ। ਕਹਿ ਨਾਨਕ ਛਪੈ ਕਿਉ ਛਪਿਆ। ਏਕੀ ਏਕੀ ਵੰਡ ਦਿਆ। ਹੁਣ ਅੱਗੇ ਗੱਲ ਆ ਰਹੀ ਹੈ ਰਤਨ ਉਪਾਏ ਧਰੇ ਖੀਰ ਮੱਥਿਆ। ਖੀਰ ਮੱਥਿਆ ਭਾਵ ਸਮੁੰਦਰ। ਔਂਕੜ ਨਾਲ ਹੈ ਕਿ ਰਤਨ ਉਪਾਏ ਪੈਦਾ ਕੀਤੇ। ਹੁਣ ਕਹਿਣ ਲੱਗੇ ਹੈ ਮੱਥਿਆ ਭਾਵ ਰਿੜਕਿਆ। ਕਹਿਣ ਲੱਗੇ, ਕਹਿੰਦੇ ਹਨ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਮੱਥਿਆ, ਉਹਦਾ ਮੰਥਨ ਕੀਤਾ, ਉਹਨੂੰ ਰਿੜਕਿਆ ਤੇ ਉਸ ਵਿੱਚੋਂ ਕੀ ਹੈ ਰਤਨ ਉਪਾਏ, ਭਾਵ 14 ਰਤਨ ਜਿਹੜੇ ਹੈ ਉਹ ਪੁਰਾਣਾਂ ਦੇ ਵਿੱਚ, ਜਿਹੜੀ ਪੁਰਾਣਾਂ ਦੀ ਕਥਾ ਹੈ ਕਿ ਦੈਂਤਾਂ ਤੇ ਦੇਵਤਿਆਂ ਨੇ ਰਲ ਕੇ ਜਿਹੜੀ ਹੈ ਉਹਨੂੰ ਸਮੁੰਦਰ ਨੂੰ, ਸੁਮੇਰ ਪਰਬਤ ਨੂੰ ਜਿਹੜਾ ਮੂਧਾ ਕਰਕੇ ਉਹਦੇ ਵਿੱਚ ਪਾਇਆ ਅਤੇ ਉਹਦੇ ਨਾਲ ਜਿਹੜਾ ਹੈ ਸ਼ੇਸ਼ ਨਾਗ, ਇੱਕ ਵੱਡੇ ਨਾਗ ਦਾ ਵਲੇਟਾ ਮਾਰ ਕੇ ਦੋਵਾਂ ਪਾਸਿਓਂ ਸਮੁੰਦਰ ਰਿੜਕਿਆ ਤੇ ਰਿੜਕ ਕੇ ਫਿਰ ਉਹਦੇ ਵਿੱਚੋਂ 14 ਰਤਨ ਜਿਹੜੇ ਉਹ ਪੈਦਾ ਕੀਤੇ, ਭਾਵ ਨਿਕਲੇ। ਇਹਦੇ ਵਿੱਚ ਕੀ ਹੈ, ਇਹ ਪੁਰਾਣਾਂ ਦੀ ਜਿਹੜੀ ਕਥਾ ਹੈ ਇਸ ਨੂੰ ਆਖ ਰਹੇ ਹੈ। ਤੇ ਵਿਸ਼ਨੂੰ ਨੇ ਇਹ ਝਗੜਾ ਨਿਬੇੜਨ ਦੇ ਲਈ ਮੋਹਣੀ ਅਵਤਾਰ ਧਾਰਿਆ ਤੇ ਰਤਨ ਇੱਕ ਇੱਕ ਕਰਕੇ ਜਿਹੜੇ ਹੈ ਉਹ ਵੰਡ ਦਿੱਤੇ। ਵਿਸ਼ਨੂੰ ਜੀ ਨੇ ਜਿਹੜਾ ਫਿਰ ਉਹ ਰੂਪ ਧਾਰਿਆ ਮੋਹਣੀ ਦਾ ਤੇ ਉਹਨੇ ਸਾਰੇ ਇੱਕ ਇੱਕ ਕਰਕੇ ਸਭ ਨੂੰ ਵੰਡ ਦਿੱਤੇ ਸਨ। ਇਹ ਪੁਰਾਣਾਂ ਦੀ ਕਥਾ ਹੈ, ਸਾਡੇ ਨਾਲ ਇਹਦਾ ਸੰਬੰਧ ਨਹੀਂ ਹੈ। ਸਿਰਫ ਇੱਥੇ ਪਰਮਾਤਮਾ ਦੀ ਵਡਿਆਈ ਕਰਨ ਦੇ ਲਈ ਇਹ ਉਦਾਹਰਨਾਂ ਵਰਤੀਆਂ ਹਨ। ਆਖਣ ਲੱਗੇ ਕਿ ਉਹਦੇ ਵਿੱਚੋਂ ਫਿਰ 14 ਰਤਨ ਨਿਕਲੇ ਜਦੋਂ ਸਮੁੰਦਰ ਨੂੰ ਰਿੜਕਿਆ, ਮੱਥਿਆ ਤੇ ਵੰਡਣ ਵੇਲੇ ਉਹ ਦੋਵੇਂ ਧੜੇ ਫਿਰ ਗੁੱਸੇ ਵਿੱਚ ਆ ਗਏ ਕਿ ਇੱਕ ਪਾਸੇ ਦੈਂਤ ਸੀ, ਦੂਜੇ ਪਾਸੇ ਦੇਵਤੇ ਸੀ। ਉਹ ਦੋਵੇਂ ਲੜ ਪਏ। ਕਿਹੜੀ ਗੱਲੋਂ? ਆਖਣ ਲੱਗੇ ਕਿ ਇਹ ਰਤਨ ਤਾਂ ਅਸਾਂ ਕੱਢੇ ਐ। ਦੇਵਤੇ ਆਖਣ ਅਸੀਂ ਕੱਢੇ ਆ, ਦੂਜੇ ਕਹਿਣ ਅਸੀਂ ਕੱਢੇ ਆ। ਉਹਦੀ ਵੰਡ ਕਰਨ ਵੇਲੇ ਕੀ ਹੈ, ਆਪਸ ਵਿੱਚ ਲੜ ਪਏ ਅਤੇ ਆਪਣੇ ਵੱਲੋਂ ਪਰਮਾਤਮਾ ਦੀ ਵਡਿਆਈ ਬਿਆਨ ਕਰਨ ਲਈ ਕਹਿੰਦੇ ਹਨ, ਪਰ ਮਾਲਕ ਨੇ ਮੋਹਣੀ ਅਵਤਾਰ ਧਾਰ ਕੇ ਉਹ ਰਤਨ ਇੱਕ ਇੱਕ ਕਰਕੇ ਵੰਡ ਦਿੱਤੇ। ਭਾਵ ਉਹਨਾਂ ਨੇ ਮਾਲਕ ਅੱਗੇ, ਰੱਬ ਅੱਗੇ ਅਰਦਾਸ ਕੀਤੀ ਕਿ ਹੁਣ ਇਹ ਤੁਸੀਂ ਆਪ ਹੀ ਨਿਬੇੜਾ ਕਰੋ। ਤੇ ਫਿਰ ਕੀ ਹੈ, ਕਹਿੰਦੇ ਰੱਬ ਨੇ ਫਿਰ ਉਹ ਜਦੋਂ ਦੇਵਤੇ ਤੇ ਦੈਂਤ ਲੜਨ ਲੱਗ ਪਏ ਤੇ ਫਿਰ ਰੱਬ ਨੇ ਰੂਪ ਧਾਰ ਕੇ ਉਹਨਾਂ ਨੂੰ ਵੰਡ ਦਿੱਤਾ। ਇੱਥੇ ਕੀ ਹੈ, ਵਿਸ਼ਨੂੰ ਜੀ ਦਾ ਜਿਹੜਾ ਹੈ ਰੂਪ ਚਿੰਨ ਉਹ ਰੱਬ ਜੀ ਦੇ ਲਈ ਵਰਤਿਆ ਗਿਆ। ਕਹਿ ਨਾਨਕ ਛਪੈ ਕਿਉਂ ਛਪਿਆ, ਏਕੀ ਏਕੀ ਵੰਡ ਦਿਆ। ਆਖਣ ਲੱਗੇ ਪਰ ਨਾਨਕ ਆਖਦਾ ਹੈ ਕਿ ਨਿਰੇ ਇਹ ਰਤਨ ਵੰਡਣ ਨਾਲ ਪ੍ਰਮਾਤਮਾ ਦੀ ਕਿਹੜੀ ਵਡਿਆਈ ਹੋ ਗਈ। ਭਾਵ ਕਿ ਰੱਬ ਨੇ ਜੇ ਰਤਨ ਇੱਕ ਇੱਕ ਕਰਕੇ ਦੋ ਧਿਰਾਂ ਦੇ ਵਿੱਚ, ਦੋ ਗੁੱਟਾਂ ਦੇ ਵਿੱਚ ਵੰਡ ਦਿੱਤੇ ਤੇ ਇਹ ਕਿੱਡੀ ਕੁ ਵਡਿਆਈ ਹੈ। ਭਾਵ ਕਿ ਉਸ ਦੀਆਂ ਵਡਿਆਈਆਂ ਤਾਂ ਉਸ ਦੀ ਰਚੀ ਕੁਦਰਤ ਵਿੱਚੋਂ ਥਾਂ ਥਾਂ ਦਿਸ ਰਹੀਆਂ ਨੇ। ਕਹਿ ਨਾਨਕ ਛਪੈ ਕਿਉਂ ਛਪਿਆ। ਆਖਣ ਲੱਗੇ ਉਹ ਭਾਵੇਂ ਆਪਣੀ ਕੁਦਰਤ ਵਿੱਚ ਲੁਕਿਆ ਹੋਇਆ ਪਰ ਲੁਕਿਆ ਰਹਿ ਨਹੀਂ ਸਕਦਾ। ਪ੍ਰਤੱਖ ਉਸ ਦੀ ਬੇਅੰਤ ਕੁਦਰਤ ਦੱਸ ਰਹੀ ਹੈ ਕਿ ਉਹ ਬਹੁਤ ਤਾਕਤਾਂ ਦਾ
ਮਾਲਕ ਹੈ। ਉਹ ਛੁਪਿਆ ਹੋਇਆ ਵੀ ਛੁਪਿਆ ਨਹੀਂ ਰਹਿ ਸਕਦਾ, ਇੱਕ ਹੀ ਵੰਡਦੀ ਆ। ਇਹ ਕਹਿ ਦੇਣਾ ਕਿ ਉਹਨਾਂ ਦੇਵਤਿਆਂ ਤੇ ਦੈਂਤਾਂ ਵਿੱਚ ਵੰਡ ਕੇ ਰੱਬ ਬਹੁਤ ਵੱਡਾ ਹੋ ਗਿਆ, ਕਹਿੰਦੇ ਇਹ ਵੀ ਉਹਦੇ ਵਾਸਤੇ ਬੜੀ ਸਧਾਰਨ ਜੀ ਗੱਲ ਹੈ। ਰਾਵਣ ਨੂੰ ਮਾਰ ਦੇਣਾ ਰਾਮ ਦੇ ਰੂਪ ਵਿੱਚ ਆ ਕੇ, ਕਹਿਣ ਲੱਗੇ ਇਹ ਵੀ ਉਸ ਰੱਬ ਵਾਸਤੇ ਬੜੀ ਸਧਾਰਨ ਜਿਹੀ ਗੱਲ ਹੈ ਜਿਸ ਮਾਲਕ ਨੇ ਇੰਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜਲ ਅਗਨੀ ਕਾ ਬੰਧ ਆਦ ਕੀਤਾ ਹੈ। ਇਹ ਮਾਲਕ ਵਾਸਤੇ ਬੜੀਆਂ ਸਧਾਰਨ ਜੀਆਂ ਗੱਲਾਂ ਹਨ। ਰਹਿਮਤ ਕਰਨ ਸਤਿਗੁਰੂ ਪਾਤਸ਼ਾਹ ਜੀ। 7 ਸ਼ਬਦਾਂ ਦੀ ਵਿਚਾਰ ਇੱਥੋਂ ਤੱਕ ਆਪਾਂ ਕੀਤੀ ਹੈ। ਅਗਲੀਆਂ ਵਿਚਾਰਾਂ ਅਗਲੇ ਦੀਵਾਨਾਂ ਵਿੱਚ ਸਾਂਝੀਆਂ ਕਰਾਂਗੇ ਜੀ। ਫਤਿਹ ਪ੍ਰਵਾਨ ਕਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।